Good morning, students. Now we will start our next topic number 5 of chapter 4th. ਆਪਾਂ ਨੂੰ ਕੀ ਪਤਾ ਵੀ ਪਹਿਲਾਂ ਆਪਾਂ ਫੰਕਸ਼ਨਸ ਆਫ ਮਨੀ ਨੂੰ ਕੰਪਲੀਟ ਕੀਤਾ, ਜਿਹਦੇ ਵਿੱਚ ਆਪਾਂ ਮਨੀ ਦੇ ਸਟੈਟਿਕ ਫੰਕਸ਼ਨ, ਡਾਇਨਾਮਿਕ ਫੰਕਸ਼ਨਸ ਨੂੰ ਦੇਖਿਆ। ਹੁਣ ਉਸ ਤੋਂ ਅੱਗੇ ਆਪਣਾ ਟੌਪਿਕ ਹੈ ਨੈਕਸਟ ਟੌਪਿਕ, ਟਾਈਪਸ ਆਫ ਮਨੀ, ਮਨੀ ਦੀਆਂ ਕਿਸਮਾਂ। ਠੀਕ ਹੈ, ਕੀ ਕਹਿੰਦੇ ਆ, ਮਨੀ ਕੈਨ ਬੀ ਕਲਾਸੀਫਾਈਡ ਐਜ਼ ਫੋਲੋ। ਮਨੀ ਨੂੰ ਹੇਠ ਲਿਖੇ ਭਾਗਾਂ ਦੇ ਵਿੱਚ ਵੰਡਿਆ ਜਾਂਦਾ। ਕਿਹੜੇ ਕਿਹੜੇ ਇਹਦੀ ਕਲਾਸੀਫਿਕੇਸ਼ਨਸ ਕੀਤੀ ਗਈ ਹੈ? 6 ਟਾਈਪਸ ਹੁੰਦੀਆਂ ਮਨੀ ਦੀਆਂ। ਦੇਖੋ, ਪਹਿਲੀ ਆ ਕਮੋਡਿਟੀ ਮਨੀ, ਰਿਪਰੈਜ਼ੈਂਟੇਟਿਵ ਮਨੀ, ਕ੍ਰੈਡਿਟ ਮਨੀ। ਕ੍ਰੈਡਿਟ ਮਨੀ ਨੂੰ ਨੀਅਰ ਮਨੀ ਵੀ ਕਿਹਾ ਜਾਂਦਾ। ਇੱਦੋਂ ਅੱਗੇ ਆ ਲੀਗਲ ਟੈਂਡਰ ਮਨੀ, ਆਪਸ਼ਨਲ ਮਨੀ ਐਂਡ ਦਾ ਫੀਐਟ ਮਨੀ। ਸਭ ਤੋਂ ਪਹਿਲਾਂ ਆਪਾਂ ਕੀ ਆ, ਕਮੋਡਿਟੀ ਮਨੀ ਨੂੰ ਡਿਸਕਸ ਕਰਾਂਗੇ। ਠੀਕ ਹੈ, ਕਮੋਡਿਟੀ ਦਾ ਮਤਲਬ ਆ ਕੋਈ ਵੀ ਗੁੱਡ। ਆਪਾਂ ਨੂੰ ਪਤਾ ਹੀ ਹੈ ਕਮੋਡਿਟੀ ਆਪਾਂ ਕਿਹਨੂੰ ਕਹਿੰਦੇ ਆ, ਕਿਸੇ ਵੀ ਵਸਤੂ ਜਾਂ ਗੁੱਡ ਨੂੰ ਕਿਹਾ ਜਾਂਦਾ। ਠੀਕ ਹੈ, ਅੱਗੇ ਦੇਖੋ, ਐਜ਼ ਅ ਨੇਮ ਸੁਜੈਸਟ, ਕਮੋਡਿਟੀ ਮਨੀ ਇਜ਼ that money which is made of certain commodity say metal। ਮਤਲਬ ਕੋਈ ਵੀ ਇਹੋ ਜਿਹੀ ਚੀਜ਼ ਜੋ ਇੱਕ ਕਮੋਡਿਟੀ ਦੀ ਬਣੀ ਹੁੰਦੀ ਹੈ। ਕਮੋਡਿਟੀ ਮਤਲਬ ਕਿਸੇ ਵੀ ਵਸਤੂ ਦੀ ਬਣੀ ਹੁੰਦੀ ਹੈ, ਜਿਵੇਂ ਕਿਸੇ ਮੈਟਲ ਦੀ, ਧਾਤ ਦੀ। ਠੀਕ ਹੈ, ਉਹਨੂੰ ਕੀ ਕਿਹਾ ਜਾਂਦਾ? ਕਮੋਡਿਟੀ ਮਨੀ ਕਿਹਾ ਜਾਂਦਾ। ਐਂਡ ਇਟਸ ਫੇਸ ਵੈਲਿਊ ਇਜ਼ ਇਕੁਅਲ ਟੂ ਇਟਸ ਇੰਟ੍ਰਿੰਸਿਕ ਵੈਲਿਊ ਔਰ ਕੰਪੋਨੈਂਟ ਸਟਫ। ਠੀਕ ਹੈ, ਇਹਦਾ ਮਤਲਬ ਕੀ ਆ? ਦੇਖੋ, ਆਪਾਂ ਕਹਿ ਸਕਦੇ ਹਾਂ ਵੀ ਕਮੋਡਿਟੀ ਮਨੀ ਉਹਨੂੰ ਕਿਹਾ ਜਾਂਦਾ ਜੋ ਕਿਸੇ ਵੀ ਧਾਤ ਦੀ ਬਣੀ ਹੁੰਦੀ ਆ, ਤੇ ਇਹਦੀ ਫੇਸ ਵੈਲਿਊ ਮਤਲਬ ਜੋ ਵੀ ਇਸ ਜਿਹੜੀ ਮੈਟਲ ਦੀ ਬਣੀ, ਜਿਵੇਂ ਕੋਈ ਕੁਆਇਨ ਆ, ਉਹਦੇ ਉੱਤੇ ਜਿੰਨੇ ਵੀ ਪੈਸੇ ਲਿਖੇ ਹੋਏ ਆ। ਠੀਕ ਹੈ, ਫੇਸ ਵੈਲਿਊ ਮਤਲਬ ਜਿੰਨਾ ਵੀ ਮੁੱਲ ਲਿਖਿਆ ਹੋਇਆ, ਮੁੱਲ ਅੰਕਿਤ ਕੀਤਾ ਗਿਆ, ਠੀਕ ਹੈ, ਉਹਨੂੰ ਫੇਸ ਵੈਲਿਊ ਕਿਹਾ ਜਾਂਦਾ। ਇਜ਼ ਇਕੁਅਲ ਟੂ ਦਾ ਇੰਟ੍ਰਿੰਸਿਕ ਵੈਲਿਊ ਮਤਲਬ ਜੋ ਉਹਦੀ ਅੰਦਰੂਨੀ ਵੈਲਿਊ ਉਹਦੇ ਬਰਾਬਰ ਹੁੰਦਾ ਹੈ। ਹੁਣ ਆਪਾਂ ਦੇਖਦੇ ਹਾਂ ਵੀ ਫੇਸ ਵੈਲਿਊ ਤੇ ਇੰਟ੍ਰਿੰਸਿਕ ਵੈਲਿਊ ਆਪਸ ਦੇ ਵਿੱਚ ਕਿੱਦਾਂ ਇਕੁਅਲ ਹੋਵੇ। ਠੀਕ ਹੈ, ਦੇਖੋ, ਇਟ ਇਜ਼ ਆਲਸੋ ਨੋਨ ਐਜ਼ ਦਾ ਫੁੱਲ ਬੋਡੀਡ ਮਨੀ। ਠੀਕ ਹੈ, ਇਹਨੂੰ ਹੋਰ ਕਿਹਦੇ ਨਾਮ ਨਾਲ ਜਾਣਿਆ ਜਾਂਦਾ? ਇਹਨੂੰ ਫੁੱਲ ਬੋਡੀਡ ਮਨੀ ਵੀ ਕਿਹਾ ਜਾਂਦਾ। ਇਟਸ ਵੈਲਿਊ ਇਜ਼ ਮਟੀਰੀਅਲੀ ਇਕੁਅਲੈਂਟ, ਮਤਲਬ ਇਕੁਅਲੈਂਟ ਨੂੰ ਅਮਾਊਂਟ ਵੀ ਕਿਹਾ ਜਾਂਦਾ, ਟੂ ਦੈਟ ਆਫ ਇਟਸ ਕੰਪੋਨੈਂਟ ਸਟਫ। ਕੰਪੋਨੈਂਟ ਸਟਫ ਨੂੰ ਹੋਰ ਕੀ ਕਿਹਾ ਜਾਂਦਾ ਵਾ? ਇੰਟ੍ਰਿੰਸਿਕ ਵੈਲਿਊ ਵੀ ਕਿਹਾ ਜਾਂਦਾ। ਮਤਲਬ ਆਪਾਂ ਨੂੰ ਪਤਾ ਵੀ ਕੋਈ ਵੀ ਚਾਂਦੀ ਦਾ ਸਿੱਕਾ ਜਾਂ ਗੋਲਡ ਦਾ ਸਿੱਕਾ, ਠੀਕ ਹੈ, ਉਹਦਾ ਮੁੱਲ ਕੀ ਆ? ਉਹਦੀ ਧਾਤ ਜਿਹੜੀ ਲੱਗੀ ਹੋਈ ਆ ਉਹਦੇ ਮੁੱਲ ਦੇ ਬਰਾਬਰ ਹੋਊਗਾ। ਠੀਕ ਹੈ, ਦੇਖੋ, ਮਤਲਬ ਜੋ ਵੀ ਉਸ ਧਾਤ ਦੀ ਆ ਜਿਹੜੀ ਫੇਸ ਵੈਲਿਊ ਆ, ਉਹ ਉਹਦੀ ਜਿਹੜੀ ਅੰਦਰੂਨੀ ਵੈਲਿਊ ਉਹਦੇ ਬਰਾਬਰ ਹੋਊਗੀ। ਮਤਲਬ ਜੇ ਆਪਣੇ ਕੋਲ ਇੱਕ ਗੋਲਡ ਦਾ ਸਿੱਕਾ, ਠੀਕ ਹੈ, ਉਹਨੂੰ ਕੀ ਆ, ਆਪਾਂ ਨੂੰ ਪਤਾ ਵੀ ਗੋਲਡ ਬਹੁਤ ਜ਼ਿਆਦਾ ਮਹਿੰਗਾ ਹੁੰਦਾ। ਠੀਕ ਹੈ, ਇੱਦਾਂ ਹੀ ਸਿਲਵਰ ਆ। ਠੀਕ ਹੈ, ਉਹ ਕੁਆਇਨਸ ਬਣੇ ਹੋਏ ਆ, ਗੋਲਡ ਦਾ ਕੁਆਇਨ ਆ, ਸਿਲਵਰ ਦਾ ਕੁਆਇਨ ਆ, ਠੀਕ ਹੈ, ਕੋਈ ਕਾਪਰ ਆ, ਜਾਂ ਫਿਰ ਜਿਹੜੇ ਜਵੈਲਰੀ ਵਗੈਰਾ। ਠੀਕ ਹੈ, ਜਵੈਲਰੀ ਹੁਣ ਆਪਾਂ ਨੂੰ ਪਤਾ ਜਦੋਂ ਆਪਾਂ ਉਹਨੂੰ ਲੈਣ ਜਾਂਦੇ ਹਾਂ ਉਦੋਂ ਮਹਿੰਗੀ ਮਿਲਦੀ ਆ, ਤੇ ਘਰੇ ਆਪਾਂ ਸੇਵ ਕਰਕੇ ਉਹਨੂੰ ਰੱਖ ਲੈਂਦੇ ਹਾਂ, ਸਟੋਰ ਕਰਕੇ ਰੱਖ ਸਕਦੇ ਹਾਂ ਆਪਾਂ ਜਵੈਲਰੀ ਵਗੈਰਾ ਨੂੰ। ਠੀਕ ਹੈ, ਕੋਈ ਸਿਲਵਰ ਦੇ ਕੁਆਇਨਸ ਹੋ ਗਏ, ਗੋਲਡ ਦੇ ਕੁਆਇਨਸ ਹੋ ਗਏ। ਠੀਕ ਹੈ, ਜੋ ਵੀ ਉਹਦਾ ਕੀ ਆ, ਉਹਦੀ ਜਿਹੜੀ ਵੈਲਿਊ ਆ, ਉਹਦੀ ਫੇਸ ਵੈਲਿਊ ਦਾ ਆ ਤੇ ਉਹਦੀ ਅੰਦਰੂਨੀ ਵੈਲਿਊ, ਉਹ ਇੱਕ ਦੂਜੇ ਦੇ ਬਰਾਬਰ ਹੁੰਦੀ ਹੈ। ਠੀਕ ਹੈ, ਇਹਨੂੰ ਕਾਹਦੇ ਲਈ ਯੂਜ਼ ਕੀਤਾ ਜਾ ਸਕਦਾ? ਜਾਂ ਤਾਂ ਫਿਰ ਐਕਸਚੇਂਜ ਕਰ ਸਕਦੇ ਹਾਂ, ਕਿਉਂਕਿ ਜੇ ਆਪਾਂ ਕੋਈ ਵਸਤੂ ਲਈਏ ਉਹਦੇ ਬਦਲੇ ਆਪਾਂ ਇਹ ਸਿੱਕਾ ਦੇ ਸਕਦੇ ਹਾਂ। ਜਾਂ ਫਿਰ ਸਟੋਰ ਆਫ ਪਰਚੇਜ਼ਿੰਗ ਪਾਵਰ। ਪਰਚੇਜ਼ਿੰਗ ਪਾਵਰ ਮਤਲਬ ਕਿਸੇ ਵੀ ਚੀਜ਼ ਨੂੰ ਖਰੀਦਣ ਦੇ ਲਈ ਆਪਾਂ ਇਹਨੂੰ ਸਟੋਰ ਕਰਕੇ ਘਰ ਦੇ ਵਿੱਚ ਰੱਖ ਸਕਦੇ ਹਾਂ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਕਮੋਡਿਟੀ ਮਨੀ ਆ ਉਹਦੀਆਂ ਮੇਨ ਐਗਜ਼ਾਮਪਲਸ ਹੈਗੀਆਂ ਗੋਲਡ, ਸਿਲਵਰ, ਕਾਪਰ, ਲਾਰਜ ਸਟੋਨਸ, ਮਤਲਬ ਕੋਈ ਵੀ ਜਿਹੜੇ ਆਪਾਂ ਡਾਇਮੰਡ ਵਗੈਰਾ ਕਹਿੰਦੇ ਆ, ਇਹਨਾਂ ਦੀ ਵੈਲਿਊ ਆ ਜਿਹੜੀ ਦੋਨੇ ਸੇਮ ਹੁੰਦੀਆਂ, ਭਾਵੇਂ ਅੰਦਰੂਨੀ ਵੈਲਿਊ ਹੋਵੇ ਜਾਂ ਇਹਦੀ ਫੇਸ ਵੈਲਿਊ ਹੋਵੇ। ਠੀਕ ਹੈ, ਇਹਨੂੰ ਕਮੋਡਿਟੀ ਮਨੀ ਤਾਂ ਹੀ ਕਿਹਾ ਜਾਂਦਾ ਕਿਉਂਕਿ ਇਹ ਕਿਸੇ ਮੈਟਲ ਦੀਆਂ ਬਣੀਆਂ ਹੁੰਦੀਆਂ ਤੇ ਜੋ ਕਿ ਬਹੁਤ ਜ਼ਿਆਦਾ ਕੋਸਟਲੀ ਹੁੰਦੀਆਂ। ਅੱਗੇ ਆ ਸੈਕਿੰਡ ਟਾਈਪ, ਰਿਪਰੈਜ਼ੈਂਟੇਟਿਵ ਮਨੀ। that money whose face value is more than its intrinsic value is called the representative money। ਠੀਕ ਹੈ, ਉਹ ਮਨੀ ਨੂੰ ਰਿਪਰੈਜ਼ੈਂਟੇਟਿਵ ਮਨੀ ਕਿਹਾ ਜਾਂਦਾ ਜਿਹਦੀ ਜਿਹੜੀ ਫੇਸ ਵੈਲਿਊ ਆ, ਠੀਕ ਹੈ, ਉਹ ਜ਼ਿਆਦਾ ਹੋਵੇ ਉਹਦੀ ਅੰਦਰੂਨੀ ਵੈਲਿਊ ਦੇ ਨਾਲੋਂ। ਜਿਵੇਂ ਦੇਖੋ, ਮਨੀ, ਪੇਪਰ, ਕਰੰਸੀ, ਨੋਟਸ ਆਰ ਦਾ ਐਗਜ਼ਾਮਪਲਸ ਆਫ ਰਿਪਰੈਜ਼ੈਂਟੇਟਿਵ ਮਨੀ। ਮਤਲਬ ਜਿਹੜੇ ਆਪਾਂ ਨੂੰ ਪਤਾ ਵੀ ਆਪਣੀ ਜਿਹੜੀ ਕਰੰਸੀ ਚੱਲ ਰਹੀ ਹੈ, ਠੀਕ ਹੈ, ਨੋਟਸ ਚੱਲ ਰਹੇ ਆ, ਉਹ ਕੀ ਆ? ਰਿਪਰੈਜ਼ੈਂਟੇਟਿਵ ਮਨੀ ਹੁੰਦੀ ਹੈ।
ਆਪਾਂ ਨੂੰ ਪਤਾ ਜਿਹੜੇ ਆਪਣੇ ਨੋਟਸ ਹੁੰਦੇ ਆ ਉਹਨਾਂ ਦੇ ਉੱਪਰ ਲਿਖਿਆ ਹੁੰਦਾ ਵੀ ਇਹ 1 ਰੁਪਏ ਦਾ ਸਿੱਕਾ ਜਾਂ ਫਿਰ 1 ਰੁਪਏ ਦਾ ਨੋਟ ਆ, 2 ਰੁਪਏ ਦਾ, ਠੀਕ ਹੈ, 5 ਦਾ, 10 ਦਾ, 20 ਦਾ, ਇੱਦਾਂ ਹੀ 500 ਦਾ, ਠੀਕ ਹੈ, ਜਾਂ ਫਿਰ 2000 ਦਾ। ਇਹ ਕੀ ਆ, ਸਾਰੀ ਰਿਪਰੈਜ਼ੈਂਟੇਟਿਵ ਮਨੀ ਆ, ਕਿਉਂਕਿ ਇਹਨਾਂ ਦੀ ਜਿਹੜੀ ਫੇਸ ਵੈਲਿਊ ਉਹ ਵੱਧ ਹੁੰਦੀ ਹੈ ਇਹਦੀ ਇੰਟ੍ਰਿੰਸਿਕ ਵੈਲਿਊ ਨਾਲ। ਮਤਲਬ ਜਿਹੜੇ ਇਹ ਪੇਪਰ ਦੇ ਬਣੇ ਹੁੰਦੇ ਆ, ਠੀਕ ਹੈ, ਜਿਵੇਂ ਹੁਣ ਆਪਾਂ ਨੂੰ ਪਤਾ ਵੀ 100 ਰੁਪਏ ਦਾ ਨੋਟ ਆ, ਉਹ ਜਿਹੜੇ ਪੇਪਰ ਦਾ ਬਣਿਆ ਹੁੰਦਾ ਉਹਦੀ ਆਪ ਦੀ ਕੋਈ ਵੈਲਿਊ ਨਹੀਂ ਹੁੰਦੀ, ਕਿਉਂਕਿ ਉਹ ਸਿਰਫ ਸਿੰਪਲ ਇੱਕ ਪੇਪਰ ਹੁੰਦਾ, ਠੀਕ ਹੈ। ਪਰ ਜਦੋਂ ਆਪਾਂ ਨੂੰ ਪਤਾ ਹੈ ਵੀ ਉਹਦੀ ਜਿਹੜੀ ਫੇਸ ਵੈਲਿਊ ਉਹਦੇ ਉੱਪਰ ਲਿਖਿਆ ਵਾ ਵੀ ਇਹ 100 ਦਾ ਨੋਟ ਆ ਜਾਂ ਫਿਰ 2000 ਦਾ ਨੋਟ ਆ, ਠੀਕ ਹੈ, ਉਹਦੇ ਵਿੱਚ ਮਾਰਕੀਟ ਦੇ ਵਿੱਚ ਉਹਦੀ ਫੇਸ ਵੈਲਿਊ ਚੱਲਣੀ ਹੈ, ਨਾ ਕਿ ਉਹਦੀ ਅੰਦਰੂਨੀ ਵੈਲਿਊ ਵੀ ਇਹ ਕਿਹੜੇ ਪੇਪਰ ਦਾ ਬਣਿਆ ਹੋਇਆ। ਤਾਂ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਰਿਪਰੈਜ਼ੈਂਟੇਟਿਵ ਮਨੀ ਉਹ ਹੁੰਦੀ ਆ ਜਿਹਦੀ ਫੇਸ ਵੈਲਿਊ ਜ਼ਿਆਦਾ ਹੁੰਦੀ ਆ ਉਹਦੀ ਇੰਟ੍ਰਿੰਸਿਕ ਵੈਲਿਊ ਦੇ ਨਾਲੋਂ। ਇਸ ਤੋਂ ਅੱਗੇ ਆ ਕ੍ਰੈਡਿਟ ਮਨੀ ਔਰ ਨੀਅਰ ਮਨੀ। ਕ੍ਰੈਡਿਟ ਮਨੀ ਨੂੰ ਨੀਅਰ ਮਨੀ ਵੀ ਕਿਹਾ ਜਾਂਦਾ। ਵਿਦ ਦ ਡਿਵੈਲਪਮੈਂਟ ਆਫ ਬੈਂਕਿੰਗ ਇੰਸਟੀਟਿਊਸ਼ਨਸ ਅਨਦਰ ਮਨੀ ਹੈਜ਼ ਆਲਸੋ ਇਮਰਜਡ ਐਂਡ ਦੈਟ ਇਜ਼ ਦ ਕ੍ਰੈਡਿਟ ਮਨੀ। ਕਹਿੰਦੇ ਜਿਵੇਂ ਜਿਵੇਂ ਆਪਣੇ ਇਕੋਨਮੀ ਦੇ ਵਿੱਚ ਬੈਂਕਾਂ ਦੀ ਡਿਵੈਲਪਮੈਂਟ ਹੋਈ, ਠੀਕ ਹੈ, ਇੰਸਟੀਟਿਊਸ਼ਨਸ ਆਏ, ਬਹੁਤ ਸਾਰੇ ਬੈਂਕਸ ਆਏ, ਉਹਦੇ ਨਾਲ ਨਾਲ ਜਿਹੜੀ ਆ ਕ੍ਰੈਡਿਟ ਮਨੀ ਤੇ ਨੀਅਰ ਮਨੀ ਦੀ ਵੀ ਹੋਂਦ ਹੋਈ, ਠੀਕ ਹੈ। ਉਹਨਾਂ ਨੇ ਕੀ ਬਣਾਤਾ, ਕ੍ਰੈਡਿਟ ਮਨੀ ਬਣਾਤਾ, ਠੀਕ ਹੈ, ਜਿਹਨੂੰ ਨੀਅਰ ਮਨੀ ਵੀ ਕਿਹਾ ਜਾਂਦਾ। ਕ੍ਰੈਡਿਟ ਮਨੀ ਇਜ਼ ਨਾਟ ਐਕਚੁਅਲ ਮਨੀ। ਕਹਿੰਦੇ ਕ੍ਰੈਡਿਟ ਮਨੀ ਐਕਚੁਅਲ ਦੇ ਵਿੱਚ ਮਨੀ ਨਹੀਂ ਹੁੰਦੀ, ਉਹਨਾਂ ਦੀ ਕੋਈ ਸ਼ੇਪ ਨਹੀਂ ਹੁੰਦੀ, ਠੀਕ ਹੈ, ਜਿਵੇਂ ਨਾ ਕੋਈ ਇਹ ਪੇਪਰ ਹੁੰਦਾ, ਠੀਕ ਹੈ, ਪੇਪਰ ਨੋਟਸ ਹੁੰਦੇ ਆ, ਨਾ ਹੀ ਕੋਈ ਇਹ ਕੁਆਇਨ ਹੁੰਦਾ, ਠੀਕ ਹੈ। ਰੈਦਰ ਇਟ ਇਜ਼ ਨੀਅਰ ਮਨੀ, ਪਰ ਕੀ ਆ ਇਹ ਮਨੀ ਦੇ ਬਹੁਤ ਜ਼ਿਆਦਾ ਨਜ਼ਦੀਕ ਹੁੰਦੇ ਆ। ਫੋਰ ਐਗਜ਼ਾਮਪਲ ਤੋਂ ਜ਼ਿਆਦਾ ਕਲੀਅਰ ਹੋਊਗਾ, ਜਿਵੇਂ ਚੈੱਕ ਤੇ ਡਰਾਫਟ, ਠੀਕ ਹੈ। ਚੈੱਕ ਕੀ ਹੁੰਦੇ ਆ, ਹੁਣ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਕਿਸੇ ਨੂੰ ਪੇਮੈਂਟ ਕਰਨੀ ਹੁੰਦੀ ਹੈ, ਬੈਂਕ ਦੁਆਰਾ ਇੱਕ ਫੈਸਿਲਿਟੀ ਦਿੱਤੀ ਜਾਂਦੀ ਹੈ ਜਿਹਦੇ ਵਿੱਚ ਚੈੱਕ ਬੁੱਕ ਪ੍ਰੋਵਾਈਡ ਕੀਤੀ ਜਾਂਦੀ ਹੈ ਆਪਾਂ ਨੂੰ, ਠੀਕ ਹੈ। ਆਪਾਂ ਉਹਦੇ ਵਿੱਚ ਜੋ ਵੀ ਅਮਾਊਂਟ ਦੇਣੀ ਹੁੰਦੀ ਹੈ, ਜਿਵੇਂ 1 ਲੱਖ ਰੁਪਇਆ ਕਿਸੇ ਨੂੰ ਦੇਣਾ, ਆਪਾਂ ਉੱਥੇ ਉਹਦੀ ਕੀਮਤ ਲਿਖ ਕੇ ਆਪਦੇ ਸਿਗਨੇਚਰ ਕਰ ਦਿੰਦੇ ਹਾਂ ਤੇ ਉਹ ਗਾਂਹ ਵਾਲੇ ਦੇ ਜਿਹੜੇ ਅਕਾਊਂਟ ਦੇ ਵਿੱਚ ਆ ਟ੍ਰਾਂਸਫਰ ਹੋ ਜਾਂਦੇ ਆ, ਠੀਕ ਹੈ। ਇਸ ਤੋਂ ਬਿਨਾਂ ਇਹ ਕੀ ਸੀਗੀ, ਐਗਜ਼ਾਮਪਲ ਆਫ ਕ੍ਰੈਡਿਟ ਮਨੀ। ਇਹ ਤੋਂ ਬਿਨਾਂ ਕੀ ਆ, ਇਹਦੀ ਹੋਰ ਐਗਜ਼ਾਮਪਲ ਆ ਜਿਵੇਂ ਡਰਾਫਟ, ਇਹਨੂੰ ਡਿਮਾਂਡ ਡਰਾਫਟ ਵੀ ਕਿਹਾ ਜਾਂਦਾ, ਠੀਕ ਹੈ। ਹੁਣ ਚੈੱਕ ਤੇ ਜਿਹੜੇ ਡਰਾਫਟ ਆ ਉਹਦੇ ਵਿੱਚ ਕੀ ਡਿਫਰੈਂਸ ਆ, ਇਹਦੇ ਵਿੱਚ ਆਪਾਂ ਨੂੰ ਅਕਾਊਂਟ ਨੰਬਰ ਆਪਣਾ ਹੋਣਾ ਬਹੁਤ ਜ਼ਰੂਰੀ ਹੁੰਦਾ, ਵੀ ਬੈਂਕ ਦੇ ਵਿੱਚ ਅਕਾਊਂਟ ਹੋਣਾ ਜ਼ਰੂਰੀ ਹੁੰਦਾ। ਤੇ ਇਹਦੇ ਵਿੱਚ ਕੀ ਆ, ਆਪਾਂ ਜਦੋਂ ਕਿਸੇ ਫੀਸ ਵਗੈਰਾ ਪੇ ਕਰਦੇ ਆ, ਇਹਦੇ ਵਿੱਚ ਸਿਰਫ ਉਹਦੇ ਨਾਮ ਨੂੰ ਮੈਂਸ਼ਨ ਕੀਤਾ ਜਾਂਦਾ ਜਿਹਨੂੰ ਆਪਾਂ ਇਹ ਪੇਮੈਂਟ ਕਰਨੀ ਹੁੰਦੀ ਹੈ, ਠੀਕ ਹੈ। ਇਹ ਆਪਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਜਾਂ ਫਿਰ ਸੰਸਥਾ ਨੂੰ ਹੀ ਦੇ ਸਕਦੇ ਹਾਂ। ਇਹਦਾ ਮਤਲਬ ਆ ਜਦੋਂ ਆਪਾਂ ਡਿਮਾਂਡ ਡਰਾਫਟ ਬਣਾਉਂਦੇ ਆ, ਡੀਡੀ ਬਣਾਉਂਦੇ ਆ, ਉਦੋਂ ਕੀ ਆ, ਬੈਂਕ ਵਾਲਿਆਂ ਨੂੰ ਪੇਮੈਂਟ ਪਹਿਲਾਂ ਕਰਨੀ ਪੈਂਦੀ ਆ ਉਨੇ ਪੈਸਿਆਂ ਦੀ, ਠੀਕ ਹੈ। ਤਾਂ ਕਰਕੇ ਬੈਂਕ ਉਹ ਵਾਲੇ ਪੈਸਿਆਂ ਨੂੰ ਗਾਂਹ ਟ੍ਰਾਂਸਫਰ ਕਰ ਦਿੰਦਾ ਥਰੂ ਡਿਮਾਂਡ ਡਰਾਫਟ ਦੇ, ਠੀਕ ਹੈ। ਇਹ ਕਿਹਦੀਆਂ ਸੀ, ਕ੍ਰੈਡਿਟ ਮਨੀ ਜਾਂ ਫਿਰ ਨੀਅਰ ਮਨੀ ਦੀਆਂ ਐਗਜ਼ਾਮਪਲਸ ਸੀ। ਅੱਗੇ ਆ ਲੀਗਲ ਟੈਂਡਰ ਮਨੀ। ਇਟ ਇਜ਼ ਦੈਟ ਮਨੀ ਵਿਚ ਇਜ਼ ਕਲਾਸੀਫਾਈਡ ਔਨ ਦਾ ਬੇਸਿਸ ਆਫ ਅਸੈਪਟੇਬਿਲਿਟੀ। ਮਤਲਬ ਅਸੈਪਟੇਬਿਲਿਟੀ ਮਤਲਬ ਜਿਹਨੂੰ ਸਾਰੇ ਜਾਣੇ ਸਵੀਕਾਰ ਕਰ ਲੈਣ, ਮਤਲਬ ਅਸੈਪਟ ਕਰ ਲੈਣ, ਠੀਕ ਹੈ। ਲੀਗਲ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਇਹ ਕਾਨੂੰਨ ਦੇ ਨਾਲ ਜੁੜਿਆ ਹੋਇਆ। ਕਾਨੂੰਨ ਕਿਹਦੇ ਨਾਲ ਜੁੜਿਆ ਹੋਇਆ ਗਾ, ਗਵਰਨਮੈਂਟ ਨਾਲ। ਦੇਖੋ ਕੀ ਕਹਿੰਦੇ ਆ ਇਹ, ਲੀਗਲ ਟੈਂਡਰ ਮਨੀ ਇਜ਼ ਇਸ਼ੂਡ ਬਾਈ ਦਾ ਗਵਰਨਮੈਂਟ। ਲੀਗਲ ਟੈਂਡਰ ਮਨੀ ਕਿਹਦੇ ਦੁਆਰਾ ਇਸ਼ੂ ਕੀਤੀ ਜਾਂਦੀ ਹੈ, ਕਿਹਦੇ ਦੁਆਰਾ ਜਾਰੀ ਕੀਤੀ ਜਾਂਦੀ ਹੈ, ਗਵਰਨਮੈਂਟ ਦੁਆਰਾ, ਠੀਕ ਹੈ। ਬਾਈ ਦਾ ਲਾਅ, ਕਹਿੰਦੇ ਕਾਨੂੰਨ ਦੇ ਦੁਆਰਾ। ਐਵਰੀਵਨ ਹੈਜ਼ ਟੂ ਅਸੈਪਟ ਇਟ ਐਜ਼ ਦਾ ਮੀਨਸ ਆਫ ਪੇਮੈਂਟ। ਜਦੋਂ ਆਪਾਂ ਕਿਸੇ ਨੂੰ ਪੇਮੈਂਟਸ ਕਰਦੇ ਹਾਂ ਤੇ ਸਾਰਿਆਂ ਨੂੰ ਇਹ ਪੇਮੈਂਟਸ ਆ ਜਿਹੜੀਆਂ ਉਸੇ ਰੂਪ ਦੇ ਵਿੱਚ ਅਸੈਪਟ ਕਰਨੀਆਂ ਪੈਂਦੀਆਂ। ਨੋ ਬੋਡੀ ਕੈਨ ਰਿਫਿਊਜ਼ ਟੂ ਅਸੈਪਟ ਇਟ ਐਜ਼ ਦਾ ਮੀਨਸ ਆਫ ਪੇਮੈਂਟ। ਕਹਿੰਦੇ ਕੋਈ ਵੀ ਜਾਣਾ ਇਹਨੂੰ ਇਨਕਾਰ ਨਹੀਂ ਕਰ ਸਕਦਾ, ਰਿਫਿਊਜ਼ ਨਹੀਂ ਕਰ ਸਕਦਾ। ਕਹਿੰਦੇ ਇਟ ਇਜ਼ ਆਫ 2 ਟਾਈਪਸ। ਕਹਿੰਦੇ ਲੀਗਲ ਟੈਂਡਰ ਮਨੀ ਨੂੰ 2 ਟਾਈਪਸ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ। ਹੁਣ ਪਹਿਲਾਂ ਦੇਖੋ ਕਿ ਲੀਗਲ ਟੈਂਡਰ ਮਨੀ ਦੇ ਵਿੱਚ ਕੀ ਹੈ, ਇਹਦੇ ਵਿੱਚ ਆ ਵੀ ਅਸੈਪਟੇਬਿਲਿਟੀ ਦੇ ਉੱਤੇ ਆਧਾਰਿਤ ਹੁੰਦੀ ਹੈ, ਜਿਹਨੂੰ ਗਵਰਨਮੈਂਟ ਦੁਆਰਾ ਇਸ਼ੂ ਕੀਤਾ ਜਾਂਦਾ ਤੇ ਕੋਈ ਵੀ ਇਹਦੀ ਪੇਮੈਂਟ ਨੂੰ ਰਿਫਿਊਜ਼ ਨਹੀਂ ਕਰ ਸਕਦਾ, ਸਾਰਿਆਂ ਨੂੰ ਅਸੈਪਟ ਕਰਨੀ ਪੈਂਦੀ ਹੈ। ਤੇ ਇਹ 2 ਤਰ੍ਹਾਂ ਦੀ ਹੁੰਦੀ ਆ। ਦੇਖੋ ਲੀਗਲ ਟੈਂਡਰ ਮਨੀ ਨੂੰ 2 ਟਾਈਪਸ ਵਿੱਚ ਡਿਵਾਈਡ ਕੀਤਾ ਜਾਂਦਾ, ਇੱਕ ਅਨਲਿਮਿਟਡ ਲੀਗਲ ਟੈਂਡਰ ਮਨੀ ਤੇ ਇੱਕ ਲਿਮਿਟਡ ਲੀਗਲ ਟੈਂਡਰ ਮਨੀ, ਠੀਕ ਹੈ। ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਲਿਮਿਟਡ ਲੀਗਲ ਟੈਂਡਰ ਮਨੀ ਨੂੰ। ਦੇਖੋ ਇਟ ਇਜ਼ ਦੈਟ ਮਨੀ ਵਿਚ no person can be forced to accept
ਬਿਯੋਂਡ ਆ ਸਰਟਨ ਲਿਮਿਟ। ਇਹਦਾ ਮਤਲਬ ਕੀ ਆ? ਮਤਲਬ ਇਹ ਉਹ ਮਨੀ ਹੁੰਦੀ ਆ ਜਿਹਨੂੰ ਇੱਕ ਸਰਟਨ ਲਿਮਿਟ ਤੋਂ ਬਾਅਦ ਲੋਕ ਇਨਕਾਰ ਕਰ ਦਿੰਦੇ ਆ ਲੈਣ ਤੋਂ। ਫੋਰ ਐਗਜ਼ਾਮਪਲ ਜਿਵੇਂ ਆਪਣੇ ਕੰਟਰੀ ਦੇ ਵਿੱਚ ਸਮੋਲ ਕੋਇਨਸ ਚੱਲਦੇ ਆ, ਜਿਵੇਂ ਆਪਾਂ ਕਹਿ ਦਿੰਦੇ ਸੀ 1 ਪੈਸਾ 2 ਪੈਸੇ 5 ਪੈਸੇ, ਠੀਕ ਹੈ, 10 ਪੈਸੇ 20 ਪੈਸੇ ਤੇ 25 ਪੈਸੇ, ਠੀਕ ਹੈ। ਇਹਨਾਂ ਦੀ ਪੇਮੈਂਟ ਸਿਰਫ ਕਿੱਥੋਂ ਤੱਕ ਕੀਤੀ ਜਾ ਸਕਦੀ ਹੈ? ਸਿਰਫ 25 ਰੁਪਈਜ਼ ਤੱਕ। ਮਤਲਬ ਆਪਾਂ ਕਿਸੇ ਦੁਕਾਨਦਾਰ ਤੋਂ 25 ਰੁਪਏ ਦੀ ਕੋਈ ਵੀ ਵਸਤੂ ਲਈ, ਠੀਕ ਹੈ, ਉਹਦੇ ਬਦਲੇ ਆਪਾਂ ਜੇ ਉਹਨੂੰ ਸਮਾਲ ਕੁਆਇਨਸ ਦੇਣੀ ਆ, ਜਿਹੜੇ ਪੈਸੇ ਵਗੈਰਾ ਹੁੰਦੇ ਆ, ਠੀਕ ਹੈ, ਆਪਾਂ ਕਿੱਥੋਂ ਤੱਕ ਦੇ ਸਕਦੇ ਹਾਂ? ਸਿਰਫ 25 ਰੁਪਈਜ਼ ਤੱਕ ਉਹਨਾਂ ਦੀ ਕਲੈਕਸ਼ਨ ਨੂੰ ਦੇ ਸਕਦੇ ਆ। ਮਤਲਬ ਇਹਨਾਂ ਦੀ ਕੋਈ ਲਿਮਿਟ ਹੁੰਦੀ ਹੈ, ਠੀਕ ਹੈ। ਇਹਨੂੰ ਤਾਂ ਕਰਕੇ ਲਿਮਟਡ ਟੈਂਡਰ ਮਨੀ ਕਿਹਾ ਜਾਂਦਾ। ਇਹ ਤੋਂ ਅੱਗੇ ਆ ਅਨਲਿਮਟਡ ਲੀਗਲ ਟੈਂਡਰ ਮਨੀ। ਇਟ ਇਜ਼ ਦੈਟ ਮਨੀ ਵਿਚ ਆ ਪਰਸਨ ਹੈਜ਼ ਟੂ ਅਸੈਪਟ ਅਪ ਟੂ ਐਨੀ ਲਿਮਿਟ। ਮਤਲਬ ਇਹਦੀ ਕੋਈ ਲਿਮਿਟ ਨਹੀਂ ਹੁੰਦੀ, ਇਹ ਅਨਲਿਮਟਡ ਹੁੰਦੀ ਹੈ, ਠੀਕ ਹੈ। ਇਹਦੇ ਵਿੱਚ ਕਿਹੜੇ ਕਿਹੜੇ ਰੁਪੀਜ਼ ਹੁੰਦੇ ਆ, ਆਪਾਂ ਕਿਹੜੀ ਕਿਹੜੀ ਪੇਮੈਂਟਸ ਕਰ ਸਕਦੇ ਹਾਂ। ਉੱਥੇ ਆਪਾਂ ਸੀ ਲੀਗਲ ਦੇ ਲਿਮਟਡ ਲੀਗਲ ਦੇ ਵਿੱਚ ਕੀ ਸੀਗਾ, ਆਪਾਂ 25 ਪੈਸਿਆਂ ਤੱਕ ਆ ਜਿਹੜੇ ਉਹ 25 ਰੁਪਈਜ਼ ਹੀ ਦੇ ਸਕਦੇ ਹਾਂ, ਠੀਕ ਹੈ। ਹੁਣ 50 ਪੈਸੇ ਤੋਂ ਲੈ ਕੇ 1 ਰੁਪਏ, ਠੀਕ ਹੈ, 50 ਪੈਸਾ 1 ਰੁਪਏ ਦੇ ਕੁਆਇਨ ਤੋਂ ਲੈ ਕੇ ਬਾਕੀ ਜਿੰਨੀ ਵੀ ਪੇਪਰ ਮਨੀ ਆ, ਠੀਕ ਹੈ, 2000 ਦੇ ਨੋਟ ਤੱਕ ਆਪਾਂ ਕੋਈ ਵੀ ਪੇਮੈਂਟ ਕਰਨੀ ਆ, ਵੱਡੀ ਪੇਮੈਂਟ ਕਰਨੀ ਆ, ਜਿਵੇਂ ਲੱਖਾਂ ਰੁਪਈਆਂ ਦੇ ਵਿੱਚ ਜਾਂ ਹਜ਼ਾਰਾਂ ਰੁਪਈਆਂ ਦੇ ਵਿੱਚ ਪੇਮੈਂਟ ਕਰਨੀ ਆ, ਤਾਂ ਇਹਨਾਂ ਦੀ ਲਿਮਿਟ ਕੋਈ ਲਿਮਿਟ ਨਹੀਂ ਹੈਗਾ। ਆਪਾਂ ਕਿੰਨੇ ਵੀ ਨੋਟ ਆਪਾਂ ਦੂਜੇ ਨੂੰ ਦੇ ਸਕਦੇ ਹਾਂ ਤੇ ਉਹ ਅਸੈਪਟ ਵੀ ਕਰੂਗਾ। ਮਤਲਬ ਅਨਲਿਮਟਡ ਲੀਗਲ ਟੈਂਡਰ ਦੇ ਵਿੱਚ ਉਹ ਸਾਰੇ ਜਿਹੜੇ 50 ਪੈਸੇ ਦੇ ਕੁਆਇਨ ਤੋਂ ਲੈ ਕੇ ਸਾਰੀ ਜਿਹੜੀ ਪੇਪਰ ਮਨੀ ਆ, ਜੋ 2000 ਦੇ ਨੋਟ ਤੱਕ ਪੇਮੈਂਟ ਆ, ਜਿਹੜੀ ਆਪਾਂ ਕਿਸੇ ਵੀ ਲਿਮਿਟ ਤੱਕ ਦੂਸਰੇ ਨੂੰ ਕਰ ਸਕਦੇ ਹਾਂ ਤੇ ਦੂਜੇ ਲੋਕ ਵੀ ਇਹਨੂੰ ਅਸੈਪਟ ਕਰਨਗੇ, ਠੀਕ ਹੈ। ਇਸ ਤੋਂ ਅੱਗੇ ਆ ਆਪਸ਼ਨਲ ਮਨੀ। ਇਟ ਇਜ਼ ਦੈਟ ਮਨੀ ਵਿਚ ਮੇ ਔਰ ਮੇ ਨਾਟ ਬੀ ਅਸੈਪਟਡ ਬਾਈ ਦਾ ਪੀਪਲ ਐਜ਼ ਆ ਮੀਨਸ ਆਫ ਪੇਮੈਂਟ। ਜਦੋਂ ਆਪਾਂ ਕਿਸੇ ਨੂੰ ਪੇਮੈਂਟ ਕਰਦੇ ਹਾਂ, ਵੀ ਹੋ ਸਕਦਾ ਉਹ ਮਨੀ ਜਿਹੜੇ ਲੋਕ ਆ ਅਸੈਪਟ ਕਰਨ ਜਾਂ ਨਾ ਕਰਨ, ਠੀਕ ਹੈ। ਉਹ ਕਹਿ ਸਕਦੇ ਆ ਵੀ ਅਸੀਂ ਇਹ ਫਾਰਮ ਦੇ ਵਿੱਚ ਜਿਹੜੀ ਪੇਮੈਂਟ ਆ ਉਹ ਲੈਣੀ ਆ ਜਾਂ ਨਹੀਂ ਲੈਣੀ। ਉਹ ਕਿਹਦੇ ਉੱਤੇ ਬੇਸ ਕਰਦਾ? ਲੋਕਾਂ ਦੇ ਉੱਤੇ, ਉਹਨਾਂ ਦੀ ਸੋਚ ਦੇ ਉੱਪਰ ਨਿਰਭਰ ਕਰਦਾ ਵੀ ਅਸੀਂ ਇਹ ਪੇਮੈਂਟ ਦਾ ਰੂਪ 'ਚ ਲੈਣੀ ਹੈ ਕਿ ਨਹੀਂ। ਜਿਵੇਂ ਆਪਾਂ ਕਿਸੇ ਨੂੰ ਚੈੱਕ ਦਿੰਦੇ ਹਾਂ, ਉਹਦੇ 'ਤੇ ਡਿਪੈਂਡ ਕਰਦਾ ਵੀ ਉਹਨੇ ਸ਼ਾਇਦ ਕੈਸ਼ ਲੈਣਾ ਹੋਵੇ, ਠੀਕ ਹੈ, ਅਤੇ ਆਪਾਂ ਉਹਨੂੰ ਚੈੱਕ ਦੇ ਰਹੇ ਹਾਂ। ਪਰ ਕੋਈ ਵੀ ਸਰਕਾਰ ਇੱਦਾਂ ਨਹੀਂ ਕਹਿ ਸਕਦੀ ਵੀ ਤੁਸੀਂ ਚੈੱਕ ਹੀ ਲਓ, ਠੀਕ ਹੈ, ਕਿਉਂਕਿ ਉਹਦਾ ਮਨ ਕਰ ਰਿਹਾ ਵੀ ਮੈਂ ਕੈਸ਼ ਲੈਣਾ ਤੇ ਉਹਨੂੰ ਕੈਸ਼ ਹੀ ਦੇਣਾ ਪਊਗਾ, ਠੀਕ ਹੈ। ਆਪਸ਼ਨ ਮਨੀ ਉਹ ਹੁੰਦੀ ਆ ਜਿਹਦੇ ਵਿੱਚ ਲੋਕਾਂ ਨੂੰ ਆਪਸ਼ਨ ਹੁੰਦੀ ਆ ਵੀ ਉਹ ਅਸੈਪਟ ਕਰ ਵੀ ਸਕਦੀ ਆ ਤੇ ਨਹੀਂ ਵੀ ਕਰ ਸਕਦੀ। ਇੱਦਾਂ ਜਿਹੜੇ ਬਿਲਸ ਆਫ ਐਕਸਚੇਂਜ ਆ, ਠੀਕ ਹੈ, ਜੋ ਐਕਸਚੇਂਜ ਕਰਨ ਲਈ ਬਿੱਲ ਦਿੱਤੇ ਜਾਂਦੇ ਆ, ਉਹ ਲੋਕਾਂ ਉੱਤੇ ਨਿਰਭਰ ਕਰਦੇ ਆ ਵੀ ਉਹਨਾਂ ਨੂੰ ਅਸੈਪਟ ਕਰਨਾ ਕਿ ਨਹੀਂ ਕਰਨਾ। ਆਪਸ਼ਨਲ ਮਨੀ ਦੇ ਵਿੱਚ ਕੀ ਆ ਵੀ ਕੋਈ ਵੀ ਲੀਗਲ ਜਾਂ ਫਿਰ ਗੌਰਮੈਂਟ ਕੋਈ ਵੀ ਇੰਸਟੀਚਿਊਟ ਆ, ਉਹਨਾਂ ਨੂੰ ਲੋਕਾਂ ਨੂੰ ਕੀ ਆ ਫੋਰਸ ਨਹੀਂ ਕਰ ਸਕਦਾ ਵੀ ਤੁਸੀਂ ਇਹ ਅਸੈਪਟ ਕਰੋ, ਠੀਕ ਹੈ। ਅੱਗੇ ਆ ਫੀਐਟ ਮਨੀ। ਫੀਐਟ ਮਨੀ ਇਜ਼ ਆ ਕਰੰਸੀ ਐਸਟੈਬਲਿਸ਼ਡ ਐਜ਼ ਮਨੀ ਆਫਟਰ ਗੌਰਮੈਂਟ ਰੈਗੂਲੇਸ਼ਨ, ਠੀਕ ਹੈ। ਗੌਰਮੈਂਟ ਰੈਗੂਲੇਸ਼ਨ ਦੇ ਦੁਆਰਾ, ਗੌਰਮੈਂਟ ਦੇ ਦੁਆਰਾ ਜਿਹੜੀ ਮਨੀ ਨੂੰ ਕੀ ਕਹਿੰਦੇ ਆ, ਜਿਹੜੀ ਕਰੰਸੀ ਨੂੰ ਇਸ਼ੂ ਕੀਤਾ ਜਾਂਦਾ, ਐਸਟੈਬਲਿਸ਼ ਕੀਤਾ ਜਾਂਦਾ, ਉਹਨੂੰ ਫੀਐਟ ਮਨੀ ਕਿਹਾ ਜਾਂਦਾ। ਬਟ ਦੈਟ ਹੈਜ਼ ਨੋ ਇੰਟ੍ਰਿੰਸਿਕ ਵੈਲਿਊ। ਮਤਲਬ ਇਹਦੀ ਅੰਦਰੂਨੀ ਵੈਲਿਊ ਨਹੀਂ ਹੁੰਦੀ। ਮਤਲਬ ਜਿਵੇਂ ਪੇਪਰ ਦੇ ਕੁਆਇਨ, ਪੇਪਰ ਮਨੀ ਬਣਦੀ ਹੈ, ਠੀਕ ਹੈ, ਜਿਵੇਂ 100 ਰੁਪਏ ਦਾ ਨੋਟ ਬਣ ਗਿਆ, ਠੀਕ ਹੈ, ਜਿਹੜਾ ਇਹ ਪੇਪਰ ਆ ਉਹਦੀ ਕੋਈ ਵੈਲਿਊ ਨਹੀਂ ਹੁੰਦੀ, ਪਰ ਇਹਦੀ ਵੈਲਿਊ ਉਹੀ ਆ ਜੋ ਸਰਕਾਰ ਕਹਿ ਦਿੰਦੀ ਹੈ ਵੀ ਇਹ 100 ਰੁਪਏ ਦਾ ਨੋਟ ਆ ਤੇ ਆਪਾਂ ਵੀ ਮੰਨ ਲੈਣਾ ਵੀ ਇਹ 100 ਰੁਪਏ ਦਾ ਹੀ ਨੋਟ ਆ, ਠੀਕ ਹੈ। ਅੱਗੇ ਦੇਖੋ, ਫੀਐਟ ਮਨੀ ਉਹੀ ਮਨੀ ਹੁੰਦੀ ਆ, ਉਹੀ ਕਰੰਸੀ ਹੁੰਦੀ ਆ ਜੋ ਐਸਟੈਬਲਿਸ਼ਡ ਐਜ਼ ਅ ਮਨੀ, ਜੋ ਮਨੀ ਦੀ ਫਾਰਮ ਦੇ ਵਿੱਚ ਐਸਟੈਬਲਿਸ਼ ਕੀਤੀ ਜਾਂਦੀ ਹੈ। ਜਿਵੇਂ ਪੇਪਰ ਮਨੀ ਹੋ ਗਈ, ਠੀਕ ਹੈ, ਕਾਗਜ਼ ਦੀ ਮਨੀ ਹੋ ਗਈ ਜੋ ਆਪਾਂ ਆਮ ਯੂਜ਼ ਕਰਦੇ ਹਾਂ, ਕੁਆਇਨ ਵਗੈਰਾ ਹੋ ਗਈ, ਜਾਂ ਫਿਰ ਯੂਐਸ ਦੇ ਵਿੱਚ ਕੀ ਚੱਲਦੇ ਆ, ਯੂਐਸ ਦੇ ਵਿੱਚ, ਯੂਨਾਈਟਿਡ ਸਟੇਟ ਦੇ ਵਿੱਚ ਡਾਲਰਸ ਚੱਲਦੇ ਆ, ਕਿਉਂਕਿ ਇਹਨਾਂ ਨੂੰ ਗੌਰਮੈਂਟ ਨੇ ਕਿਹਾ ਹੋਇਆ ਵੀ ਇਹ ਹੈ ਕੀ ਆ, ਕਰੰਸੀ ਆ ਸਾਡੀ, ਠੀਕ ਹੈ। ਇਸ ਤਰ੍ਹਾਂ ਇਹਨੂੰ ਫੀਐਟ ਮਨੀ ਵੀ ਕਿਹਾ ਜਾਂਦਾ। ਇਹਦੇ ਨਾਲ ਹੀ ਆਪਣੀਆਂ ਆਲ ਟਾਈਪਸ ਆਫ ਮਨੀ ਆ ਜਿਹੜੀਆਂ ਫਿਨਿਸ਼ ਹੋ ਜਾਂਦੀਆਂ, ਠੀਕ ਹੈ। ਥੈਂਕ ਯੂ ਸਟੂਡੈਂਟਸ।